ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸਾਰਿਆਂ ਦੇ ਸਨਮੁਖ ਫਿਰ ਹਾਜ਼ਰੀ ਭਰਨ ਦਾ ਮੌਕਾ ਗੁਰੂ ਮਹਾਰਾਜ ਦੇ ਰਹੇ ਨੇ। ਪਿਛਲੇ ਹਫਤੇ ਭਗਤ ਬਾਣੀ ਜੀ ਕਥਾ ਜੋ ਕੁਝ ਹਫਤਿਆਂ ਤੋਂ ਆਰੰਭ ਕੀਤੀ ਹੈ ਗੁਰੂ ਮਹਾਰਾਜ ਦੀ ਮਿਹਰ ਦੇ ਨਾਲ, ਉਹ ਚੱਲ ਰਹੀ ਹੈ। ਅਤੇ ਪਿਛਲੇ ਹਫਤੇ ਅੱਧਾ ਸ਼ਬਦ ਭਗਤ ਬੇਣੀ ਜੀ ਦਾ ਆਪਾਂ ਸਾਰਿਆਂ ਨੇ ਸਰਵਣ ਕੀਤਾ। ਟੂਕ ਮਾਤਰ ਵਿਚਾਰ ਆਪਾਂ ਸਾਰਿਆਂ ਨੇ ਸਰਵਣ ਕੀਤੀ। ਅੱਜ ਉਸੀ ਸ਼ਬਦ ਦੀ ਅੱਗੇ ਕੰਟੀਨਿਊਸ਼ਨ ਕਰਦੇ ਹੋਏ ਅਗਲੀ ਪੰਕਤੀਆਂ ਅਸੀਂ ਆਰੰਭ ਕਰਦੇ ਹਾਂ। ਇਸ ਸ਼ਬਦ ਦੇ ਵਿੱਚ ਪਹਿਲੇ ਭਗਤ ਬੇਣੀ ਜੀ ਬਹੁਤ ਹੀ ਕਲੀਅਰ ਤਰੀਕੇ ਦੇ ਨਾਲ ਸਾਨੂੰ ਸਮਝਾਉਣਾ ਕਰ ਰਹੇ ਨੇ ਕਿ ਕਿਸ ਤਰ੍ਹਾਂ ਅਸੀਂ ਆਪਣੇ ਜੀਵਨ ਨੂੰ ਵਾਸ਼ਨਾਵਾਂ ਦੇ ਵਿੱਚ ਪੈ ਕੇ, ਕਾਮ ਦੇ ਵਿੱਚ, ਕ੍ਰੋਧ ਦੇ ਵਿੱਚ, ਅਹੰਕਾਰ ਦੇ ਵਿੱਚ ਆਪਣੇ ਜੀਵਨ ਨੂੰ ਨਿਤਾ ਪ੍ਰਤੀ ਸਾੜ ਰਹੇ ਹਾਂ। ਅਸੀਂ ਗੁਰਬਾਣੀ ਖਜ਼ਾਨੇ ਤੋਂ ਵੰਚਿਤ ਰਹਿ ਕੇ ਆਪਣੇ ਆਪ ਨੂੰ ਮਾਇਆ ਦੀ ਅੱਗ ਦੇ ਵਿੱਚ ਸਾੜ ਰਹੇ ਹਾਂ। ਕਦੀ ਕੁਝ, ਕਦੀ ਕੁਝ, ਕਦੀ ਕੁਝ, ਕਦੀ ਕੁਝ। ਸਾਡੇ ਲਾਲਚ ਨਹੀਂ ਮੁੱਕ ਰਹੇ, ਸਾਡਾ ਮੋਹ ਨਹੀਂ ਖਤਮ ਹੋ ਰਿਹਾ, ਸਾਨੂੰ ਕਾਮ ਤੰਗ ਕਰਦਾ ਹੈ, ਸਾਨੂੰ ਕ੍ਰੋਧ ਬਾਰ-ਬਾਰ ਆਪਣੀ ਅੱਗ ਦੀ ਚਪੇਟ ਦੇ ਵਿੱਚ ਚਪੇੜ ਲੈਂਦਾ ਹੈ ਔਰ ਅਸੀਂ ਗੁਰਬਾਣੀ ਤੋਂ ਵੰਚਿਤ ਹਾਂ। ਗੁਰੂ ਮਹਾਰਾਜ ਦਾ ਨਾਮ ਵਾਹਿਗੁਰੂ 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 ਨਹੀਂ ਜਪ ਰਹੇ। ਇਸ ਕਰਕੇ ਇਹ ਸਭ ਵੈਰੀ, ਇਹ ਦੁਸ਼ਮਣ ਸਾਨੂੰ ਤੰਗ ਕਰ ਰਹੇ ਨੇ। ਤੋ ਇਹ ਇਸ ਸ਼ਬਦ ਦੇ ਵਿੱਚ ਭਗਤ ਬੇਣੀ ਜੀ ਸਾਨੂੰ ਸਮਝਾਉਣਾ ਕਰ ਰਹੇ ਨੇ। ਆਓ ਅਗਲੀਆਂ ਪੰਕਤੀਆਂ ਦੀ ਟੂਕ ਮਾਤਰ ਵਿਚਾਰ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਔਰ ਗੁਰਬਾਣੀ ਨੂੰ ਆਪਣੇ ਜੀਵਨ ਦਾ ਆਧਾਰ ਬਣਾਉਂਦੇ ਹੋਏ ਆਪਣੇ ਜੀਵਨ ਨੂੰ ਗੁਰੂ ਮਹਾਰਾਜ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ ਦੇ ਵਿੱਚ ਸਮਰਪਿਤ ਕਰੀਏ, ਲੀਨ ਕਰੀਏ, ਆਪਣੇ ਆਪ ਨੂੰ ਸਰੈਂਡਰ ਕਰੀਏ ਗੁਰੂ ਨਾਨਕ ਮਹਾਰਾਜ ਜੀ ਦੀ ਗੁਰਬਾਣੀ ਦੇ ਜ਼ਰੀਏ। ਸੋ ਅਗਲੀ ਪੰਕਤੀਆਂ ਪੜ੍ਹਦੇ ਹਾਂ। ਤਾਤੇ ਬਿਖੈ ਭਈ ਮਤ ਪਾਵਸ, ਕਾਇਆ ਕਮਲ ਕੁਮਲਾਣਾ। ਭਗਤ ਬੇਣੀ ਜੀ ਜੋ ਕਿ ਜਿਨ੍ਹਾਂ ਦੀ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਦਰਜ ਕੀਤੀ। ਭਗਤ ਬੇਣੀ ਜੀ ਕਹਿ ਰਹੇ ਨੇ ਕਿ ਇਹਨਾਂ ਵਾਸ਼ਨਾਵਾਂ ਦੇ ਕਰਕੇ ਤਾਤੇ ਬਿਖੈ ਭਈ ਮਤ ਪਾਵਸ, ਇਹ ਜਿਹੜੀ ਮਤ ਹੈ, ਇਹ ਜਿਹੜੀ ਬੁੱਧੀ ਹੈ, ਇਹਨੂੰ ਪਾਵਸ ਕਿਹਾ ਹੈ। ਇਹ ਮਤ ਕਾਲੀ ਹੋ ਚੁੱਕੀ ਹੈ। ਜਿੱਦਾਂ ਗੁਰਬਾਣੀ ਵਿੱਚ ਆਉਂਦਾ ਹੈ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹੋ। ਜਿਸ ਤਰ੍ਹਾਂ ਸਿਆਹੋ ਮਤਲਬ ਜਿੱਦਾਂ ਜਿਹੜੀ ਇੰਕ ਹੁੰਦੀ ਹੈ, ਦਵਾਤ ਹੁੰਦੀ ਹੈ, ਸਿਆਹੀ ਹੁੰਦੀ ਹੈ, ਕਾਲੀ ਇੰਕ ਵਰਗੀ ਸਾਡੀ ਮਤ ਬੁੱਧੀ ਮਲੀਨ ਹੋ ਚੁੱਕੀ ਹੈ। ਇਸ ਕਰਕੇ ਮਲੀਨ ਹੋ ਚੁੱਕੀ ਹੈ ਅਤੇ ਜਿਹੜਾ ਸਾਡਾ ਸਰੀਰ ਹੈ ਉਹ ਵੀ ਜਿਸ ਤਰ੍ਹਾਂ ਕਮਲ ਦਾ ਫੁੱਲ ਮੁਰਝਾ ਜਾਂਦਾ ਆ, ਉਸ ਤਰ੍ਹਾਂ ਮੁਰਝਾਏ ਹੋਏ ਕਮਲ ਦੇ ਫੁੱਲ ਵਾਂਗੂ ਸਾਡੀ ਜਿਹੜੀ ਦੇਹੀ ਹੈ ਉਹ ਵੀ ਮੁਰਝਾ ਰਹੀ ਹੈ। ਕਦੀ ਗੋਡੇ ਦੁਖਦੇ ਆ, ਕਦੀ ਜੋੜ ਦੁਖਦੇ ਆ, ਕਦੀ ਕੁਝ ਦੁਰਦ ਆ, ਕਦੀ ਕੁਝ ਦਰਦ ਆ। ਜੇ ਗੁਰਬਾਣੀ ਦੇ ਆਸਰੇ ਜੀਂਦੇ ਰਹੀਏ, ਦਰਦ ਤਾਂ ਭਾਵੇਂ ਫਿਰ ਵੀ ਆਵੇਗਾ ਲੇਕਿਨ ਮਹਿਸੂਸ ਨਹੀਂ ਹੋਵੇਗਾ। ਦਰਦ ਦੁੱਖ ਨਹੀਂ ਮਹਿਸੂਸ ਹੁੰਦਾ ਜਦੋਂ ਬੰਦਾ ਨਾਮ ਦੇ ਆਸਰੇ ਆਪਣੇ ਆਪ ਨੂੰ ਜੀਂਦਾ ਹੈ। ਅਵਗਤ ਬਾਣ ਛੋੜ ਮ੍ਰਿਤ ਮੰਡਲ, ਤਉ ਪਾਤਸ਼ਾਹ ਪਛਤਾਣਾ। ਬਾਣੀ ਨੂੰ ਛੱਡ ਕੇ, ਵਾਹਿਗੁਰੂ 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 ਨੂੰ ਛੱਡ ਕੇ ਅਸੀਂ ਦੂਸਰਿਆਂ ਧੰਦਿਆਂ ਦੇ ਵਿੱਚ, ਹੋਰ ਕੰਮਾਂ ਕਾਰਾਂ ਦੇ ਵਿੱਚ ਲੱਗੇ ਹੋਏ ਹਾਂ। ਜਦੋਂ ਬਾਅਦ ਵਿੱਚ ਹੱਥੋਂ ਸਭ ਕੁਝ ਗਵਾ ਬਹਿੰਦੇ ਹਾਂ, ਸਮਾਂ ਆ ਜਾਂਦਾ ਹੈ, ਦੁੱਖ ਦਰਦ ਕਲੇਸ਼ ਸਿਰ 'ਤੇ ਮੰਡਰਾਉਂਦੇ ਰਹਿੰਦੇ ਆ, ਫਿਰ ਅਸੀਂ ਪਛਤਾਉਂਦੇ ਆ, ਓ ਹੋ ਅਬ ਪਛਤਾਏ ਹੋਤ ਕਿਆ ਜਬ ਚਿੜੀਆ ਚੁਗ ਗਈ ਖੇਤ। ਵੀ ਜਦੋਂ ਚਿੜੀਆ ਨੇ ਸਾਰਾ ਖੇਤ ਚੁਗ ਲਿਆ ਫਿਰ ਪਛਤਾਉਣ ਦਾ ਫਾਇਦਾ ਕੀ ਹੈਗਾ। ਇਹ ਗੱਲ ਤਾਂ ਪਹਿਲੇ ਹੀ ਸਮਝ ਆ ਜਾਵੇ, ਭਾਵੇਂ 2 ਸਾਲ 3 ਸਾਲ 4 ਸਾਲ 10 ਸਾਲ ਦੇ ਬੱਚੇ ਦੀ ਉਮਰ ਦੀ ਹੋਵੋ ਤਾਂ ਹੀ ਸਮਝ ਆ ਜਾਵੇ। ਕੀ ਪਤਾ ਮਤ ਕੇ ਜਾਪੋ ਸਾਹੋ ਆਵੈ ਕੇ ਨਾ ਆਵੈ ਰਾਮ। ਨਿਕਟੀ ਦੇਹ ਦੇਖ ਧੁਨ ਉਪਜੈ, ਮਾਨ ਕਰਤ ਨਹੀਂ ਬੂਝੈ। ਔਰ ਮਹਾਰਾਜ ਕਹਿੰਦੇ ਨੇ ਕਿ ਅਸੀਂ ਆਪਣੇ ਆਪ ਨੂੰ, ਆਪਣੇ ਨੇੜੇ ਵਾਲਿਆਂ ਨੂੰ, ਆਪਣੇ ਸਾਕ ਸੰਬੰਧੀਆਂ ਨੂੰ, ਆਪਣੇ ਧੀਆਂ ਪੁੱਤਰਾਂ ਨੂੰ ਆਪਣੇ ਨੇੜੇ ਹੋਏ ਦੇਖ ਕੇ ਬਹੁਤ ਜ਼ਿਆਦਾ ਮਾਣ ਕਰਦੇ ਹਾਂ, ਬਹੁਤ ਜ਼ਿਆਦਾ ਆਪਣੇ ਆਪ ਨੂੰ ਪ੍ਰਾਊਡ ਫੀਲ ਕਰਦੇ ਹਾਂ। ਉਹਨਾਂ ਉੱਤੇ ਸਾਨੂੰ ਪ੍ਰਾਊਡ ਫੀਲ ਹੁੰਦਾ ਹੈ। ਪਰ ਸਮਾਂ ਇਹੋ ਜਿਹਾ ਆ ਜਾਂਦਾ ਹੈ ਕਿ ਕਦੀ ਕਦਾਰ ਮਾਨ ਕਰਤ ਨਹੀਂ ਬੂਝੈ। ਜਿਹੜੇ ਦੂਸਰੇ ਪਾਸੇ ਦੇ ਨੇ ਉਹ ਸਾਨੂੰ ਪਛਾਣਦੇ ਵੀ ਨਹੀਂ ਹੈਗੇ। ਉਹ ਮਾਇਆ ਦੇ ਪ੍ਰਭਾਵ ਦੇ ਵਿੱਚ ਸਾਡੇ ਨਾਲੋਂ ਵੀ ਅੱਗੇ ਨਿਕਲ ਜਾਂਦੇ ਨੇ।
ਉਹ ਸਾਨੂੰ ਪਛਾਣਨ ਤੋਂ ਮਨਾ ਕਰ ਦਿੰਦੇ ਨੇ, ਸਾਡੀ ਹੀ ਪਿੱਠ ਪਿੱਛੇ ਛੁਰਾ ਮਾਰ ਦਿੰਦੇ ਨੇ। ਇਹ ਮਹਾਰਾਜ ਰਿਐਲਿਟੀ ਦੱਸ ਰਹੇ ਨੇ, ਭਗਤ ਬੀਣੀ ਜੀ ਸਾਨੂੰ ਰਿਐਲਿਟੀ ਦੱਸ ਰਹੇ ਨੇ ਕਿ ਆਪਣੇ ਮੋਹ ਦੇ ਵਿੱਚ ਇੰਨਾ ਜ਼ਿਆਦਾ ਨਾ ਖਚਿਤ ਹੋ ਜਾਈਏ ਕਿ ਆਪਣੇ ਆਪ ਨੂੰ ਸਮਾਂ ਆਉਣ 'ਤੇ ਬਹੁਤ ਜ਼ਿਆਦਾ ਨਿਰਾਸ਼ਤਾ, ਬਹੁਤ ਜ਼ਿਆਦਾ ਦੁੱਖ ਮਿਲੇ। ਭਗਤ ਜੀ ਕਿਰਪਾ ਕਰਕੇ ਸਾਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਲਾਲਚ ਕਰੈ ਜੀਵਨ ਪਦ ਕਾਰਨ, ਲੋਚਨ ਕਛੂ ਨਾ ਸੂਝੈ। ਭਗਤ ਜੀ ਕਹਿ ਰਹੇ ਨੇ ਕਿ ਆਪਣੇ ਜੀਣ ਵਾਸਤੇ ਅਸੀਂ ਦਿਨ ਪ੍ਰਤੀ ਦਿਨ ਲਾਲਚ ਕਰਦੇ ਹਾਂ, ਕਦੀ ਗੱਡੀ, ਕਦੀ ਬੰਗਲਾ, ਕਦੀ ਸੋਨਾ, ਕਦੀ ਹੀਰੇ, ਕਦੀ ਚਾਂਦੀ, ਕਦੀ ਮੋਤੀ, ਕਦੀ ਕੁਝ, ਕਦੀ ਕੋਈ ਪੜ੍ਹਾਈ, ਕਦੀ ਕੋਈ ਕੁਰਸੀ ਦਾ ਲਾਲਚ, ਕਦੀ ਕੋਈ ਪਦਵੀਆਂ ਦਾ ਲਾਲਚ। ਸਾਨੂੰ ਅੱਖਾਂ ਤੋਂ ਰੱਬ ਦਿਸਦਾ ਹੀ ਨਹੀਂ ਹੈ। ਲੋਚਨ ਕਛੂ ਨਾ ਸੂਝੈ, ਪਰ ਸਾਨੂੰ ਅੱਖਾਂ ਤੋਂ ਕੁਛ ਨਹੀਂ ਦਿਸਦਾ। ਕੀ ਨਹੀਂ ਦਿਸਦਾ? ਰੱਬ ਨਹੀਂ ਦਿਸਦਾ। ਸਾਨੂੰ ਅੱਖਾਂ ਤੋਂ ਉਸ ਲਾਲਚ ਦਾ ਨੁਕਸਾਨ ਨਹੀਂ ਦਿਸਦਾ। ਅਸੀਂ ਲਾਲਚ ਕੀਤਾ, ਬੜਾ ਵੱਡਾ TV ਚੱਕ ਕੇ ਲਿਆ ਆਉਂਦਾ। ਹੁਣ TV 'ਤੇ ਲਿਆ ਆਉਂਦਾ, ਲੇਕਿਨ ਰੋਜ਼ ਨੇਤਾ ਪ੍ਰਤੀ ਉਹ TV ਨੂੰ ਸਾਂਭਣ ਦੇ ਵਿੱਚ ਹੀ ਲੱਗੇ ਹੋ ਰਹੇ, ਉਹ ਖਰੋਚ ਨਾ ਪੈ ਜਾਵੇ, ਹਜੇ ਕੋਈ ਖ਼ਰਾਬ ਨਾ ਹੋ ਜਾਵੇ, ਹਜੇ ਪਹਿਲੇ ਉਹਨੂੰ TV ਨੂੰ ਇੰਸਟਾਲ ਕਰਨਾ ਪੈਣਾ ਹੈ, ਹਜੇ ਪਹਿਲੇ ਉਹ ਗੱਡੀ ਨਵੀਂ ਆ ਗਈ, ਪਹਿਲੇ ਉਹਦੇ ਵਾਸਤੇ ਹੁਣ ਧੋਣ ਵਾਲਾ ਬੰਦਾ ਰੱਖੀਏ, ਮਾੜੀ ਝਰੀਟ ਪੈ ਗਈ ਅਤੇ ਫਿਰ ਲੋਕਾਂ ਨੂੰ ਗਾਲਾਂ ਕੱਢਦੇ ਹਾਂ, ਲੋਕਾਂ ਲੜਾਈ ਝਗੜੇ ਕਰਦੇ ਹਾਂ। ਪਹਿਲੇ ਅਸੀਂ ਲਾਲਚ ਕਰਨ ਵੇਲੇ ਇਹ ਚੀਜ਼ ਨਹੀਂ ਸੋਚਦੇ ਕਿ ਲਾਲਚ ਕਰਦੇ ਕਰਦੇ ਅਸੀਂ ਆਪਣੇ ਆਪ ਨੂੰ ਹੋਰ ਦਲਦਲ ਵਿੱਚ ਫਸਾ ਰਹੇ ਹਾਂ। ਅਸੀਂ ਆਪਣੇ ਆਪ ਨੂੰ ਹੋਰ ਥੱਲੇ ਅਤੇ ਥੱਲੇ ਅਤੇ ਥੱਲੇ ਡਿੱਗੀ ਜਾ ਰਹੇ ਹਾਂ, ਆਪਣੇ ਆਪ ਨੂੰ ਹੋਰ ਥੱਲੇ ਦਲਦਲ ਦੇ ਵਿੱਚ ਆਪਣੇ ਆਪ ਨੂੰ ਝੁਕਾਈ ਜਾ ਰਹੇ ਹਾਂ ਉਸ ਲਾਲਚ ਦੇ ਦਲਦਲ ਦੇ ਵਿੱਚ। ਥਾਕਾ ਤੇਜ ਉੱਡਿਆ ਮਨ ਪੰਖੀ, ਘਰ ਆਂਗਨ ਨਾ ਸੁਖਾਈ। ਔਰ ਮਹਾਰਾਜ ਅਖੀਰਲੀ ਪੰਕਤੀਆਂ ਵਿੱਚ ਹੁਣ ਸਾਨੂੰ ਗਿਆਨ ਦੇ ਰਹੇ ਨੇ ਕਿ ਸਮਾਂ ਆ ਜਾਣਾ ਆ ਜਦ ਇਹ ਪੰਛੀ, ਜਦ ਸਾਡੀ ਆਤਮਾ ਪਰਮਾਤਮਾ ਵੱਲ ਨੂੰ ਉੱਡ ਗਈ, ਜਦੋਂ ਇਹ ਦੇਹ ਇੱਥੇ ਦੇ ਇੱਥੇ ਰਹਿ ਗਈ, ਜਦੋਂ ਜਿਹੜੀ ਸਾਡੀ ਸੋਲ ਹੈ ਉਹ ਸਾਡੀ ਬੋਡੀ ਤੋਂ ਨਿਕਲ ਗਈ, ਜਦੋਂ ਇਹ ਮੁਰਦਾ ਮਿੱਟੀ ਦਾ ਢੇਰਾ ਰਹਿ ਗਿਆ ਇੱਥੇ, ਹੈ ਤਾਂ ਮਿੱਟੀ ਹੋਈ ਹੈ ਨਾ ਜੀ ਸਾਧ ਸੰਗਤ ਜੀ, ਹੈ ਤਾਂ ਮਿੱਟੀ ਹੈ, ਹੋਰ ਤਾਂ ਕੁਛ ਵੀ ਨਹੀਂ ਹੈ। ਅਸੀਂ ਮਿੱਟੀ ਨੂੰ ਸਜਾਈ ਜਾਂਦੇ ਹਾਂ, ਮਿੱਟੀ ਨੂੰ ਸਵਾਰੀ ਜਾਂਦੇ ਹਾਂ, ਮਿੱਟੀ ਨੂੰ ਖਿਲਾਈ ਜਾਂਦੇ ਹਾਂ, ਮਿੱਟੀ ਨੂੰ ਪਿਲਾਈ ਜਾਂਦੇ ਹਾਂ, ਇਹ ਨਹੀਂ ਸਮਝਦੇ ਕਿ ਇਹ ਮਿੱਟੀ ਦੀ ਢੇਰੀ ਹੈ। ਅਤੇ ਅੱਜ ਤੋਂ ਕੁਛ ਸਾਲ ਪਹਿਲੇ ਨਾ ਭਾਈ ਹਰਬੰਸ ਸਿੰਘ ਜੀ ਜਗਾਦਰੀ ਵਾਲੇ ਹੋਏ, ਅਤੇ ਉਹ ਇੱਕ ਧਾਰਨਾ ਪੜ੍ਹਿਆ ਕਰਦੇ ਸੀਗੇ, ਜਿੰਦ ਮੇਰੀਏ ਮਿੱਟੀ ਦੀਏ ਢੇਰੀਏ ਇੱਕ ਦਿਨ ਚੱਲਣਾ। ਉਹ ਬਿਲਕੁਲ ਸੱਚੀ ਜਿਹੜੀ ਉਹਨਾਂ ਨੇ ਕਵਿਤਾ ਰੂਪ 'ਚ ਪੜ੍ਹੀ ਕਹਿ ਲਓ, ਜਾਂ ਉਹਨਾਂ ਨੇ ਇੱਕ ਧਾਰਨਾ ਰੂਪ 'ਚ ਪੜ੍ਹੀ ਕਿ ਇਹ ਜਿੰਦ ਜਿਹੜੀ ਹੈ ਮਿੱਟੀ ਦੀ ਢੇਰੀ ਹੈ, ਇਹ ਮਿੱਟੀ ਦੀ ਢੇਰੀ ਇੱਥੇ ਹੀ ਰਹਿ ਜਾਣੀ ਹੈ। ਅਤੇ ਜਿਹੜਾ ਹੰਸ ਹੈਗਾ, ਥਾਕਾ ਤੇਜ ਉੱਡਿਆ ਮਨ ਪੰਖੀ, ਇਹ ਜਿਹੜਾ ਪੰਛੀ ਹੈ ਮਨ ਦਾ, ਜਦੋਂ ਉੜ ਗਿਆ, ਘਰ ਆਂਗਨ ਨਾ ਸੁਖਾਈ, ਘਰ ਦੇ ਵਿਹੜੇ ਵੀ ਨਹੀਂ ਪਾਉਂਦਾ। ਜਿਹੜੀ ਲਾਸ਼ ਹੈ ਨਾ, ਉਹਨੂੰ ਘਰ ਦੇ ਵਿਹੜੇ ਵਿੱਚ ਵੀ ਨਹੀਂ ਰੱਖਣ ਦਿੰਦੇ। ਕਹਿੰਦੇ ਨੇ ਵੀ ਮੁਰਦਾ ਹੋ ਗਿਆ, ਇਹਨੂੰ ਚਲੋ ਜਾਓ ਜਾ ਕੇ ਫੂਕੋ ਇਹਨੂੰ ਅਤੇ ਕਿਰਿਆ ਕਰਮ ਕਰੋ। ਅੱਜ ਕੱਲ੍ਹ ਤਾਂ ਉਹ ਵੀ ਕੋਈ ਨਹੀਂ ਕਰਨ ਨੂੰ ਤਿਆਰ ਸਾਧ ਸੰਗਤ ਜੀ, ਬਸ ਪੈਸੇ ਦੇ ਕੇ ਕਰਵਾ ਲਓ। ਮੁੰਡਾ ਕਿੱਥੇ, ਪੁੱਤਰ ਕਿੱਥੇ, ਧੀਆਂ ਕਿੱਥੇ, ਕੋਈ ਪੁੱਛਣ ਵਾਲਾ ਨਹੀਂ ਹੈਗਾ ਤਿਆਰ। ਅੱਜ ਦੀ ਦੁਨੀਆ ਤਾਂ ਇੰਨੀ ਸੈਲਫਿਸ਼ ਹੋ ਚੁੱਕੀ ਹੈ। ਔਰ ਅਸੀਂ ਜਿਨ੍ਹਾਂ ਵਾਸਤੇ ਸਾਰੀ ਜ਼ਿੰਦਗੀ ਕਮਾਈਆਂ ਕਰਦੇ ਰਹਿ ਜਾਂਦੇ ਹਾਂ, ਥੱਕਦੇ ਨਹੀਂ, ਉਹਨਾਂ ਨੂੰ ਖਿਲਾਉਣ ਨੂੰ, ਪਿਲਾਉਣ ਨੂੰ, ਮਕਾਨ ਬਣਾਉਣ ਨੂੰ, ਗੱਡੀਆਂ ਦੇਣ ਨੂੰ, ਅਖੀਰ ਦੇ ਵੀ ਸਾਡਾ ਕੀ ਹਾਲ ਕਰਦੇ ਨੇ ਸਾਨੂੰ ਪਤਾ ਵੀ ਨਹੀਂ ਲੱਗਦਾ ਹੈ। ਸਾਡੀ ਸਰੀਰ ਦੀ ਵੀ ਜਿਹੜੀ ਹੈ ਸਾਂਭ ਸੰਭਾਲ ਕਰਨ ਵਾਲੇ ਜਿਹੜੇ ਆ ਅੱਜ ਕੱਲ੍ਹ ਬਹੁਤੇ ਨਹੀਂ, ਜਿਹੜੀ ਸੇਵਾ ਭਾਵਨਾ ਨਾਲ ਕੋਈ ਕਰ ਸਕਣ, ਕੋਈ ਕਰ ਸਕਣ। ਅਖੀਰਲੀ ਪੰਕਤੀ ਵਿੱਚ ਭਗਤ ਬੀਣੀ ਜੀ ਕਿਰਪਾ ਕਰ ਰਹੇ ਨੇ, ਬੇਣੀ ਕਹੈ ਸੁਨਹੁਰੇ ਭਗਤੋ ਮਰਨ ਮੁਕਤ ਕਿਨ ਪਾਈ। ਇਹ ਪੰਕਤੀ ਹੈ ਜਿਹੜੀ ਪਕੜਨ ਵਾਲੀ ਹੈ ਕਿ ਆਖਦੇ ਨੇ, ਹੇ ਭਗਤ ਜਨੋ, ਹੇ ਸੰਤ ਜਨੋ, ਸਾਧੂ ਜਨੋ, ਸੁਣੋ, ਮਰਨੇ ਕੇ ਮਰਨ ਤੋਂ ਮੁਕਤੀ ਕਿਨੇ ਪਾਈ ਹੈ। ਕਿ ਮੁਕਤੀ ਦਾ ਜਿਹੜਾ ਕਾਰਨ ਹੈਗਾ ਆ ਕਿ ਜਿਉਂਦਿਆਂ ਜੀ ਜਿਹੜੀ ਮੁਕਤੀ ਹੈ ਉਹ ਅਸੀਂ ਉਹਨੂੰ ਸਾਧਨ ਬਣਾਈਏ, ਤਾਂ ਜਾ ਕੇ ਮਰਨ ਤੋਂ ਬਾਅਦ ਮੁਕਤੀ ਮਿਲੇਗੀ। ਅਸੀਂ ਆਪਣੇ ਆਪ ਨੂੰ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਤੋਂ ਮੁਕਤ ਕਰੀਏ, ਜੀਂਦੇ ਜੀ ਪਲ ਪਲ ਆਪਣੇ ਆਪ ਦੇ ਕੰਟਰੋਲ ਕਰੀਏ, ਅੱਖਾਂ ਮੈਲੀਆਂ ਹੋਣ ਤੋਂ ਬਚਾਈਏ। ਜੇ ਪਰਾਇਆ ਮੁੰਡਾ ਦੇਖ ਰਹੇ ਹਾਂ, ਪਰਾਈ ਕੁੜੀ ਦੇਖ ਰਹੇ ਹਾਂ, ਅਤੇ ਆਪਣੀ ਅੱਖਾਂ ਨੂੰ ਬਚਾਈਏ। ਜੇ ਗਲਤੀ ਨਾਲ ਦੇਖਿਆ ਗਿਆ ਅਤੇ ਮੂਲ ਮੰਤਰ ਦਾ ਜਾਪ, ਵਾਹਿਗੁਰੂ ਗੁਰਮੰਤਰ ਦਾ ਜਾਪ, ਜਪਜੀ ਸਾਹਿਬ ਦਾ ਜਾਪ ਕਰਕੇ ਆਪਣੇ ਮੈਲ ਨੂੰ ਦੂਰ ਕਰੀਏ, ਆਪਣੇ ਮਨ ਦੇ ਮੋਹ ਨੂੰ ਬਾਰ-ਬਾਰ ਰੋਕੀਏ।
ਧੀਆਂ ਵਾਸਤੇ, ਆਪਣੇ ਭਰਾਵਾਂ ਵਾਸਤੇ, ਆਪਣੀ ਭੈਣਾਂ ਵਾਸਤੇ, ਆਪਣੇ ਮਾਂ ਪਿਓ ਵਾਸਤੇ ਬਾਰ-ਬਾਰ ਸਾਨੂੰ ਅਸੀਂ ਮੂੰਹ ਤੋਂ ਕਹੀ ਜਾਊਂਗੇ ਨਹੀਂ 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 ਜੀ ਸਾਨੂੰ ਕੋਈ ਮੋਹ ਨਹੀਂ ਹੈ, ਨਹੀਂ ਸਾਨੂੰ ਕੋਈ ਬੱਚਿਆਂ ਦਾ ਮੋਹ ਨਹੀਂ, ਨਹੀਂ ਸਾਨੂੰ ਕੋਈ ਧੀਆਂ ਪੁੱਤਰਾਂ ਦਾ, ਭੈਣਾਂ ਭਰਾਵਾਂ ਦਾ ਮੋਹ ਨਹੀਂ, ਮੂੰਹ ਤੋਂ ਕਹੀ ਜਾਊਂਗੇ ਲੇਕਿਨ ਫਿਰ ਵੀ ਮੋਹ 'ਚ ਫਸੇ ਰਹਿੰਦੇ। ਫਿਰ ਵੀ ਜਦ ਤੱਕ ਦਿਨ 'ਚ ਇੱਕ ਵਾਰੀ ਮਾਂ ਆਪਣੀ ਧੀ ਨਾਲ ਗੱਲ ਨਹੀਂ ਕਰ ਲੂਗੀ, ਦਿਨ 'ਚ ਜਦ ਤੱਕ ਇੱਕ ਵਾਰੀ ਪਿਓ ਆਪਣੇ ਪੁੱਤਰ ਨਾਲ ਗੱਲ ਨਹੀਂ ਕਰ ਲੂਗਾ ਤਦ ਤੱਕ ਚੈਨ ਨਹੀਂ ਆਉਂਦਾ ਆ। ਜਦ ਤੱਕ ਪਿਓ ਆਪਣੀ ਧੀ ਨਾਲ ਗੱਲ ਨਹੀਂ ਕਰ ਲੂਗਾ ਚੈਨ ਨਹੀਂ ਆਉਂਦਾ ਆ। ਬੱਚੇ ਬਾਹਰ ਗਏ ਹੋਏ ਆ ਪੜ੍ਹਨ ਵਾਸਤੇ, ਜਦ ਤੱਕ ਦਿਨ 'ਚ ਇੱਕ ਵਾਰੀ ਗੱਲ ਨਹੀਂ ਹੋ ਜਾਏਗੀ ਤਦ ਤੱਕ ਚੈਨ ਨਹੀਂ ਆਉਂਦਾ ਆ। ਕਹੀ ਜਾਊਂਗੇ ਅਸੀਂ ਹਾਂ ਸਾਨੂੰ ਕਿਹੜਾ ਮੋਹ ਹੈ ਜੀ, ਠੀਕ ਹੈ ਬੱਚਿਆਂ ਨੂੰ ਵਿਆਹ ਤਾ, ਬੱਚੇ ਆਪਣੇ ਘਰ ਚਲੇ ਗਏ, ਠੀਕ ਹੈ ਜੀ ਬੱਚਾ ਸਕੂਲੇ ਪੜ੍ਹਾ ਤਾ, ਬੱਚਾ ਪੜ੍ਹ ਰਿਹਾ, ਕਾਲਜ ਕਰ ਰਿਹਾ, ਸਾਨੂੰ ਨਹੀਂ, ਅਸੀਂ ਤਾਂ ਵਾਹਿਗੁਰੂ ਵਾਹਿਗੁਰੂ। ਇਹ ਸਾਰਾ ਜਦੋਂ ਟੈਸਟਿੰਗ ਟਾਈਮ ਆਉਂਦਾ ਬੰਦਾ ਉੱਥੇ ਡਿੱਗ ਜਾਂਦਾ ਹੈ। ਸੋ ਸਾਧ ਸੰਗਤ ਜੀ, ਭਗਤ ਜੀ ਬੜੀ ਕਲੀਅਰਲੀ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਜੀਂਦੇ ਜੀ ਆਪਣੇ ਆਪ ਨੂੰ ਮੁਕਤ ਕਰੀਏ ਇਹਨਾਂ ਪੰਜ ਕਹਿ ਲਓ ਵਿਕਾਰਾਂ ਤੋਂ, ਜਿਹੜੇ 5 ਸਾਡੇ ਦੁਸ਼ਮਣ ਨੇ ਜੋ ਕਿ ਸਾਨੂੰ ਬਾਰ-ਬਾਰ ਮਾਰ ਰਹੇ ਨੇ। ਅਹੰਕਾਰ ਸਾਨੂੰ ਬਾਰ-ਬਾਰ ਮਾਰਦਾ ਸਾਧ ਸੰਗਤ ਜੀ। ਪਿੱਛੇ ਇੱਕ ਬੱਚੀ ਦਾ ਵਿਆਹ ਹੋਇਆ ਅਤੇ ਉਹ ਹੁਣ ਅਕਸਰ ਅੱਜ ਕੱਲ੍ਹ ਦੇ ਬੱਚੇ ਆਪ ਜੀ ਨੂੰ ਪਤਾ ਹੈ ਕਿ ਕਿਸੇ ਦਾ ਕੁਛ ਹੈ, ਕਿਸੇ ਦਾ ਕੁਛ ਹੈ, ਅਤੇ ਬੱਚੀ ਤਾਂ ਬਾਅਦ 'ਚ ਦੱਸਦੀ ਹੈ ਕਿ ਵੀ ਜੋ ਥੋੜ੍ਹੀ ਬਹੁਤੀ ਪ੍ਰੋਬਲਮ ਹੈ ਉਹਨੂੰ ਸਰੀਰ ਕਰਕੇ ਅਤੇ ਬੱਚਾ ਨਹੀਂ ਹੋ ਸਕਦਾ। ਅਤੇ ਡਾਕਟਰਾਂ ਨੇ ਦਵਾਈ ਵਗੈਰਾ ਦਿੱਤੀ। ਹੁਣ ਡਾਕਟਰਾਂ ਨੇ ਚਲੋ ਦਵਾਈ ਦੇ ਦਿੱਤੀ, ਬੱਚੀ ਕਹਿੰਦੀ ਵੀ ਆ ਆਪਣੇ ਹਸਬੈਂਡ ਨੂੰ ਕਿ ਵੀ ਮਹਾਰਾਜ 'ਤੇ ਭਰੋਸਾ ਰੱਖੀਏ, ਗੁਰੂ ਨਾਨਕ ਸਾਹਿਬ ਦੇ ਘਰ ਸਾਰਾ ਕੁਛ ਹੈਗਾ, ਦੇਰ ਹੈ ਅੰਧੇਰ ਨਹੀਂ ਹੈ। ਅਤੇ ਲੇਕਿਨ ਹੁਣ ਖਸਮ ਮੰਨਣ ਨੂੰ ਨਹੀਂ ਤਿਆਰ। ਖਸਮ ਕਹਿੰਦਾ ਤੂੰ ਤਾਂ ਬੱਚਾ ਪੈਦਾ ਕਰ ਹੀ ਨਹੀਂ ਸਕਦੀ ਆ ਅਤੇ ਇਸ ਕਰਕੇ ਮੇਰਾ ਤੇਰੇ ਨਾਲ ਕੋਈ ਰਿਸ਼ਤਾ ਹੀ ਨਹੀਂ ਹੈਗਾ। ਉਹ ਕਹਿੰਦੀ ਮਹਾਰਾਜ 'ਤੇ ਭਰੋਸਾ ਰੱਖੋ, ਆਪਾਂ ਮਹਾਰਾਜ ਦੇ ਆਸਰੇ ਜੀ ਰਹੇ ਹਾਂ, ਦਵਾਈ ਵੀ ਲੈ ਰਹੇ ਹਾਂ, ਲੇਕਿਨ ਬਸ ਉਹ ਪਤੀ ਇਤਨਾ ਅਹੰਕਾਰ 'ਤੇ ਘੋੜੇ 'ਤੇ ਚੜ੍ਹਿਆ ਹੋਇਆ, ਉਹ ਨਾ ਉਹ ਹੱਥ ਲਾਵੇ, ਨਾ ਉਹ ਨਾ ਗੱਲ ਕਰੇ ਪਿਆਰ ਨਾਲ, ਨਾ ਕੁਛ ਨਾ ਗੱਲ ਨਾ ਬਾਤ। ਹੁਣ ਇਹ ਹੰਕਾਰ ਹੈ। ਸਾਨੂੰ ਇੰਨਾ ਤਾਂ ਸਾਨੂੰ ਆਪਣੇ ਪਤੀ ਪਰਮੇਸ਼ਵਰ, ਆਪਣੇ ਰੱਬ 'ਤੇ ਭਰੋਸਾ ਰੱਖਣਾ ਚਾਹੀਦਾ ਹੈ ਕਿ ਪਰਮੇਸ਼ਵਰ ਕੋਈ ਵੀ ਕਰਮ ਲਿਖ ਸਕਦਾ ਹੈ, ਕੋਈ ਵੀ ਕਰਮ ਮੇਟ ਸਕਦਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਦੀ ਬਾਣੀ ਇੰਨੀ ਪਾਵਰਫੁੱਲ ਹੈ ਕਿ ਉੱਪਰੋਂ ਥੱਲੇ ਉੱਪਰ ਸਭ ਕੁਝ ਕਰ ਸਕਦੀ ਹੈ। ਇੰਨਾ ਤਾਂ ਸਾਨੂੰ ਭਰੋਸਾ ਹੋਣਾ ਚਾਹੀਦਾ। ਠੀਕ ਹੈ ਆਪਾਂ ਸਾਇੰਸ 'ਤੇ ਪੜ੍ਹਨ ਵਾਲੇ, ਸਾਇੰਸ ਨੂੰ ਮੰਨਣ ਵਾਲੇ ਹੈਗੇ ਹਾਂ, ਲੇਕਿਨ ਫਿਰ ਵੀ ਇੱਕ ਥਾਂ 'ਤੇ ਆ ਕੇ ਤਾਂ ਸਾਇੰਸ ਫੇਲ ਹੁੰਦੀ ਹੋਈ ਹੈ। ਜਿੱਥੇ ਰੱਬ ਸ਼ੁਰੂ ਹੁੰਦਾ ਉੱਥੇ ਸਾਇੰਸ ਆਪਣੇ ਆਪ ਫੇਲ ਹੋ ਜਾਂਦੀ ਹੈ। ਤੋ ਇੰਨਾ ਸਾਨੂੰ ਹੰਕਾਰ ਨਹੀਂ ਕਰਨਾ ਚਾਹੀਦਾ। ਸਾਨੂੰ ਆਪਣੇ ਆਪ ਦੇ ਉੱਪਰ ਇੰਨਾ ਕੰਟਰੋਲ, ਆਪਣੇ ਮਨ ਦੇ ਉੱਪਰ, ਆਪਣੇ ਸਰੀਰ ਦੇ ਉੱਪਰ ਰੱਖਣਾ ਚਾਹੀਦਾ ਹੈ ਕਿ ਅਸੀਂ ਪਰਮੇਸ਼ਵਰ ਦੇ ਕਹਿ ਲਓ ਹੁਕਮ ਨੂੰ ਅਹੰਕਾਰ ਨਾਲ ਨਾ ਤੋਲੀਏ। ਪਰਮੇਸ਼ਵਰ ਦਾ ਹੁਕਮ ਸਭ ਤੋਂ ਵੱਡਾ ਹੈ, ਸਾਡਾ ਅਹੰਕਾਰ ਹਮੇਸ਼ਾ ਛੋਟਾ ਰਹੇ। ਔਰ ਵੈਸੇ ਤਾਂ ਅਹੰਕਾਰ ਹੋਵੇ ਹੀ ਨਾ, ਜੇ ਹੋਵੇ ਤਾਂ ਸਭ ਤੋਂ ਛੋਟਾ ਰਹੇ। ਸੋ ਸਾਧ ਸੰਗਤ ਜੀ, ਅੱਜ ਦੇ ਪ੍ਰਕਰਨ ਦੇ ਵਿੱਚ ਆਪ ਜੀ ਨੇ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਭਗਤ ਬੇਣੀ ਜੀ ਨੇ ਬਹੁਤ ਖੂਬਸੂਰਤ ਤਰੀਕੇ ਨਾਲ ਸਾਨੂੰ ਸਮਝਾਇਆ ਹੈ ਕਿ ਵਾਹਿਗੁਰੂ 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 ਦਾ ਜਾਪ ਕਰਦੇ ਹੋਏ ਅਸੀਂ ਆਪਣੇ 5 ਵਿਕਾਰਾਂ 'ਤੇ, 5 ਚੋਰਾਂ 'ਤੇ ਕੰਟਰੋਲ ਕਰ ਸਕਦੇ ਹਾਂ। ਹੌਲੀ ਹੌਲੀ ਕੰਮ ਕਰਦੇ ਅਸੀਂ ਉਹਨਾਂ ਨੂੰ ਆਪਣੇ ਕਾਬੂ ਵਿੱਚ ਕਰ ਸਕਦੇ ਹਾਂ, ਤਾਂ ਕਿ ਅਸੀਂ ਇਹ ਵੀ ਜਨਮ ਔਰ ਅਗਲਾ ਜਨਮ ਵੀ ਸਫਲ ਕਰ ਸਕੀਏ, ਲੋਕ ਸੁਹੇਲੇ ਔਰ ਪਰਲੋਕ ਸੁਹੇਲੇ ਕਰ ਸਕੀਏ। ਸੋ ਇੰਨੀ ਕੁ ਆਪ ਜੀ ਨੇ ਬੇਨਤੀਆਂ ਪ੍ਰਵਾਨ ਕਰਨੀਆਂ। ਅਗਲੇ ਹਫਤੇ ਅਸੀਂ ਨਵੇਂ ਸ਼ਬਦ ਦੀ ਆਰੰਭਤਾ ਕਰੂੰਗੇ। ਬਹੁਤ ਬਾਰੇ ਸ਼ਬਦ ਸੰਗਤਾਂ ਨੇ ਸੁਣਿਆ ਹੋਣਾ ਹੈ। ਸ਼੍ਰੀ ਰਾਗ ਦੇ ਵਿੱਚ ਸ਼ਬਦ ਹੈਗਾ ਭਗਤ ਰਵਿਦਾਸ ਜੀ ਦਾ, ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਕਨਕ ਕਟਲ ਜਲ ਤਰੰਗ ਜੈਸਾ। ਸੋ ਇਹ ਸ਼ਬਦ ਅਸੀਂ ਅਗਲੇ ਹਫਤੇ ਸਾਰੇ ਸ਼ਰਵਣ ਕਰੂੰਗੇ ਸਾਧ ਸੰਗਤ ਜੀ। ਬੇਨਤੀ ਇਹ ਹੈ ਕਿ ਹੁਣ ਭਗਤ ਬਾਣੀ ਦੀ ਕਥਾ ਚੱਲ ਰਹੀ ਹੈ ਅਤੇ ਕੋਸ਼ਿਸ਼ ਕਰੀਏ ਕਿ ਅਸੀਂ ਕੋਈ ਨਾ ਕੋਈ ਸ਼ਬਦ ਭਗਤ ਬਾਣੀ ਦਾ ਪੜ੍ਹਨਾ ਸ਼ੁਰੂ ਕਰੀਏ, ਕੰਠ ਕਰਨਾ ਸ਼ੁਰੂ ਕਰੀਏ। ਇੱਕ ਕਰਕੇ ਜੇ ਸ਼ਬਦ ਕੰਠ ਕਰੀ ਜਾਓਗੇ, ਪੈਸਾ ਗੰਠ, ਜਦੋਂ ਆਪਾਂ ਪੁਰਾਣੇ ਸਮੇਂ ਦੇ ਵਿੱਚ ਕਰਦੇ ਸੀ ਨਾ ਕਿ ਜੇ ਕੋਈ ਮੁਸ਼ਕਿਲ ਦਾ ਸਮਾਂ ਆ ਜਾਵੇ ਅਤੇ ਜੇ ਕੋਲ ਪੈਸਾ ਹੋਵੇ ਗਠੜੀ ਦੇ ਵਿੱਚ, ਤਾਂ ਫਿਰ ਕੋਈ ਦਿੱਕਤ ਨਹੀਂ ਹੁੰਦੀ। ਅਤੇ ਇਸ ਕਰਕੇ ਬਾਣੀ ਕੰਠ ਅਤੇ ਇੱਕ ਤਰੀਕੇ ਨਾਲ ਪੈਸਾ ਗੰਠ ਵਾਲਾ ਹਿਸਾਬ ਕਿਤਾਬ ਹੈ। ਜੇ ਬਾਣੀ ਕੰਠ ਹੋਵੇ, ਭਾਵੇਂ ਗੁਟਕਾ ਸਾਹਿਬ ਹੋਵੇ ਨਾ ਹੋਵੇ, ਭਾਵੇਂ ਸਾਡੇ ਕੋਲ ਫ਼ੋਨ ਹੋਵੇ ਨਾ ਹੋਵੇ, ਅਸੀਂ ਫਿਰ ਵੀ ਗੁਰਬਾਣੀ ਦਾ ਜਾਪ ਜਿਹੜਾ ਹੈ ਉਹ ਕਰ ਸਕਦੇ ਹਾਂ, ਆਪਣੇ ਆਪ ਨੂੰ ਗੁਰੂ ਮਹਾਰਾਜ ਨਾਲ ਜੋੜ ਸਕਦੇ ਹਾਂ। ਸੋ ਇੱਕ ਬੇਨਤੀ ਇਹ ਪ੍ਰਵਾਨ ਜ਼ਰੂਰ ਕਰਨੀ ਕਿ ਨਾਲ ਜਿਹੜਾ ਸ਼ਬਦ ਚੱਲ ਰਿਹਾ ਉਹ ਸ਼ਬਦ ਜੇ ਅਸੀਂ ਹਫਤੇ ਵਿੱਚ ਇੱਕ ਸ਼ਬਦ ਦੀ ਕਥਾ ਹੋ ਰਹੀ ਹੈ, ਜੇ ਅਸੀਂ ਰੋਜ਼ 5 ਵਾਰੀ ਵੀ ਸ਼ਬਦ ਪੜ੍ਹੋਂਗੇ, ਜਿਹੜੇ ਸ਼ਬਦ ਦੀ ਕਥਾ ਹੋ ਰਹੀ ਹੈ ਉਹ ਸ਼ਬਦ ਜਿਹੜਾ ਸਾਨੂੰ ਕੰਠ ਹੋ ਜਾਏਗਾ। ਹਫਤੇ ਵਿੱਚ 25 ਵਾਰੀ ਪੜ੍ਹ ਲਿਆ, ਸ਼ਬਦ ਕੰਠ ਹੋ ਜਾਏਗਾ, ਉਹ ਬਾਣੀ ਜਿਹੜੀ ਹੈ ਨਾਲ ਸਾਨੂੰ ਕੰਠ ਹੋਣੀ ਸ਼ੁਰੂ ਹੋ ਜਾਣੀ ਹੈ। ਸੋ ਇਸੇ ਤਰੀਕੇ ਨਾਲ ਆਪ ਜੀ ਨੇ ਇਹ ਸੇਵਾ ਪ੍ਰਵਾਨ ਕਰਨੀ। ਬੋਲਦਿਆਂ ਤੋਂ ਬੇਅੰਤ ਗਲਤੀਆਂ ਭੁੱਲਣਾ ਰਹਿ ਗਈਆਂ ਹੋਣੀਆਂ, ਆਪ ਸਾਰਿਆਂ ਨੇ ਬਖਸ਼ ਲੈਣਾ। ਅਖੀਰਲੀਆਂ 2 ਪੰਕਤੀਆਂ ਪੜ੍ਹ ਕੇ ਸਮਾਪਤੀ ਹੈ।
ਅਤੇ ਫਿਰ ਆਪ ਅਗਲੇ ਹਫਤੇ ਆਪ ਸਾਰਿਆਂ ਦੇ ਜੋੜੇ ਝਾੜਨ ਵਾਸਤੇ ਆਪ ਜੀ ਦੇ ਦਰਸ਼ਨ ਜ਼ਰੂਰ ਕਰੋਗੇ। ਆਓ ਅਖੀਰਲੀਆਂ 2 ਪੰਕਤੀਆਂ ਪੜ੍ਹੀਏ। ਥਾਕਾ ਤੇਜ ਉੱਡਿਆ ਮਨ ਪੰਖੀ, ਘਰ ਆਂਗਨ ਨ ਸੁਖਾਈ। ਬੇਣੀ ਕਹਿ ਸੁਨਹੁ ਰੇ ਭਗਤ ਹੋ, ਮਰਨ ਮੁਕਤ ਕਿਨ ਪਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।